ਤੇ ਇੱਕ ਤੁਹਾਡੇ ਜਦੋਂ ਅਚਕਣ ਪਾਈ ਹੁੰਦੀ ਹੈ ਜੀ, ਸਾਨੂੰ ਤਾਂ ਗਿਆਨੀ ਜੈਲ ਸਿੰਘ ਦਾ ਦੁਬਾਰੇ ਰੂਪ ਵਿਖਦਾ ਤੁਹਾਡੇ ਵਿੱਚ। ਤੇ ਉਹ ਜੈਲ ਸਾਹਿਬ ਜਿਨ੍ਹਾਂ ਨੂੰ ਸਾਈਕਲ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਤੱਕ ਬਣਾਉਣ ਦਾ ਜਿਹੜਾ ਕੰਮ ਹੈ ਕਾਂਗਰਸ ਪਾਰਟੀ ਨੇ ਕੀਤਾ, ਸਾਨੂੰ ਇਸ ਗੱਲ ਦਾ ਫਖਰ ਹੈ ਸਪੀਕਰ ਸਾਹਿਬ। ਤੇ ਸਾਡੇ ਵਾਸਤੇ ਥੋੜੀ ਜੀ ਕੋਟਕਪੂਰਾ ਤੇ ਮੁਕਤਸਰ ਨੇੜੇ ਨੇੜੇ ਹੈ, ਤੁਹਾਡੇ ਨਾਲ ਪਿਆਰ ਪੁਰਾਣਾ ਹੈ, ਇਕੱਠਿਆਂ ਨੇ ਕੰਮ ਵੀ ਕਰਦੇ ਰਹੇ ਹਾਂ। ਸੋ ਥੋੜਾ ਜਿਹਾ 2-4 ਮਿੰਟਾਂ ਦਾ ਤੇ ਤਰਜੀਹ ਨੇੜਲੇ ਸਾਥੀ ਨੂੰ ਕਹਿੰਦੇ ਗਵਾਂਢੀ ਦਾ ਬੜਾ ਮਾਣ ਹੁੰਦਾ। ਸੋ ਕਿਰਪਾ ਕਰਕੇ ਉਮੀਦ ਕਰਦਾ ਕਿ ਤੁਸੀਂ ਉਹ ਸਾਨੂੰ ਦਿੰਦੇ ਰਹੋਗੇ। ਸਪੀਕਰ ਸਾਹਿਬ, ਕੱਲ ਬਦਲਾਅ ਵਾਲੀ ਸਰਕਾਰ ਦਾ ਪਹਿਲਾ ਬਜਟ ਸੀ ਤੇ ਮੈਨੂੰ ਲੱਗਦਾ ਸੀ ਹੁਣ ਫਾਈਨਾਂਸ ਮਿਨਿਸਟਰ ਸਾਹਿਬ ਚਲੇ ਗਏ, ਹੁਣ ਕਿਹਨੂੰ ਗੱਲਾਂ ਸੁਣਾਵਾਂ? ਨਹੀਂ, ਉਹ ਸੁਣ ਰਹੇ ਹੋਣਗੇ। ਮੇਰਾ ਖਿਆਲ ਉਹ ਜੇ ਬੈਠੇ ਹੁੰਦੇ ਤਾਂ ਥੋੜਾ ਉਹਨਾਂ ਨਾਲ ਚੰਗਾ ਰਹਿੰਦਾ। ਜੇ ਬੁਲਾ ਸਕਦੇ ਆ ਤਾਂ ਬੁਲਾ ਲਈ। ਤੁਹਾਡੀ ਤਾਂ ਮੰਨਦੇ ਮਾਨਯੋਗ ਮੈਂਬਰ ਸਾਹਿਬ, ਤੁਹਾਡੀ ਤਾਂ ਮੰਨਦੇ ਹੀ ਬਹੁਤ ਆਓ। ਇੱਕ ਗੱਲ ਧਾਲੀਵਾਲ ਸਾਹਿਬ, ਧਾਲੀਵਾਲ ਸਾਹਿਬ, ਚਲੋ ਇੱਕ ਗੱਲ ਦੀ ਤਾਂ ਮੈਂ ਧੰਨਵਾਦ ਕਰਦਾ ਚੀਮਾ ਸਾਹਿਬ ਦਾ। ਅੱਜ ਉਹਨਾਂ ਨੇ ਮੈਨੂੰ ਹੱਸ ਕੇ ਉੱਥੋਂ ਸਿਰ ਹਿਲਾ ਕੇ ਜਵਾਬ ਦਿੱਤਾ। ਨਹੀਂ, ਜਿੱਦੇ ਦੇ ਆਏ ਆ ਰੁੱਸੇ ਜੇ ਪਤਾ ਨਹੀਂ ਦਿੜਬੇ ਵਾਲਿਆਂ ਨੇ ਵੋਟਾਂ ਘਟਾਤੀਆਂ ਤਾਂ ਕਰਕੇ ਨਾਰਾਜ਼ ਹੋਏ ਫਿਰਦੇ ਆ। 7000 ਉੱਡ ਗਈ ਪਹਿਲੇ ਹੱਲੇ। ਪਰ ਚਲੋ, ਮੇਰੇ ਵੱਡੇ ਭਰਾ, ਇਹਨਾਂ ਨਾਲ ਮੇਰਾ ਬਹੁਤ ਪਿਆਰ ਤੇ ਸਤਿਕਾਰ, ਇਹਨਾਂ ਨਾਲ ਮੇਰਾ ਪੁਰਾਣਾ ਰਿਹਾ ਤੇ ਮੇਰੀ ਤੁਹਾਨੂੰ ਵੀ ਬੇਨਤੀ ਹੈ ਬ੍ਰਦਰ, ਹੁਣ ਇੱਕ ਮਿੰਟ, ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਾਂ ਵਿਸਤਾਰਪੂਰਵਕ ਇੱਕ ਦੂਜੇ ਨੂੰ ਸੁਣੀਏ ਤੇ ਜਿੱਥੇ ਤੁਹਾਨੂੰ ਕੋਈ ਲੱਗੇ ਬਹੁਤੀ ਗੱਲ ਤਾਂ ਆਪਾਂ ਗੱਲ ਖੜੀ ਰਾਜਾ ਜੀ। ਸਪੀਕਰ ਸਾਹਿਬ ਪਹਿਲਾਂ ਤੁਹਾਡਾ ਫਾਇਦਾ ਕਰਨ ਲੱਗਿਆ ਇਹਨਾਂ ਗੱਲਾਂ ਤੇ ਮੈਂ ਬੇਨਤੀ ਕਰਦਾ ਤੁਹਾਡਾ ਟਾਈਮ ਠੀਕ ਹੈ ਨਾ ਜੀ। ਆਪਾਂ ਬਹਿਸ ਸੁਣਨੀ ਹੈ ਜੀ। ਗੁਰਬਾਣੀ ਕਹਿੰਦੀ ਹੈ ਰੋਸ ਨਾ ਕੀਜੈ ਉੱਤਰ ਦੀਜੈ। ਸੋ ਤੁਹਾਡਾ ਫਾਇਦਾ ਕਰਦਾ, ਟਾਈਮ ਹੁਣ ਸ਼ੁਰੂ ਹੁੰਦਾ ਤੁਹਾਡਾ। ਚਲੋ, ਸੋ ਧੰਨਵਾਦ ਸਪੀਕਰ ਸਾਹਿਬ। ਸੋ ਮੈਨੂੰ ਲੱਗਦਾ ਸੀ ਕਿ ਜਿਹੜਾ ਬਜਟ ਪੇਸ਼ ਕਰ ਰਹੇ ਨੇ ਇਹ ਪਹਿਲਾ ਬਜਟ ਹੈ ਤੇ ਚੀਮਾ ਸਾਹਿਬ ਨੇ ਬਹੁਤ ਜ਼ੋਰ ਲਾਇਆ ਹੁਣ ਤੇ ਕਮਾਲ ਦਾ ਬਜਟ ਆਊਗਾ। ਇਹ ਵੀ ਕਿਹਾ ਗਿਆ ਕਿ ਇਹ ਆਮ ਜਨਤਾ ਦਾ ਬਜਟ ਹੈ, ਇਹ ਲੋਕਾਂ ਨੂੰ ਪੁੱਛ ਕੇ ਬਣਾਇਆ ਬਜਟ ਹੈ। 20,000 ਤੋਂ ਵੱਧ ਲੋਕਾਂ ਨੇ ਇਹਦੇ ਵਿੱਚ ਆਪਦੀ ਰਾਏ ਦਿੱਤੀ। 27% ਔਰਤਾਂ ਨੇ ਰਾਏ ਦਿੱਤੀ। ਪਰ ਜਦੋਂ ਚੀਮਾ ਸਾਹਿਬ ਨੇ ਪਹਿਲਾ ਸ਼ੇਰ ਪੜਿਆ ਨਾ ਜੀ, ਮੇਰਾ ਉੱਥੇ ਮੱਥਾ ਠਣਕ ਗਿਆ ਸਪੀਕਰ ਸਾਹਿਬ। ਤੇ ਮੁੱਖ ਮੰਤਰੀ ਸਾਹਿਬ ਵੀ ਚਲੇ ਗਏ, ਉਹਨਾਂ ਨੇ ਵੀ ਤਾਂ ਮੂੰਹ ਚੱਕ ਕੇ ਵੇਖਿਆ, ਮੈਂ ਵੀ ਉਹਨਾਂ ਦੀ ਵੇਖਿਆ ਤੇ ਉਹ ਸ਼ੇਰ ਜਿਹੜਾ ਸੀਗਾ, ਮੱਥਾ ਕਿਉਂ ਠਣਕਿਆ? ਮੈਂ ਆਖਿਆ ਇਹ ਤਾਂ ਪੁਰਾਣਾ ਹੀ ਸ਼ੇਰ ਹੈ, ਸਾਡਾ ਹੀ ਸ਼ੇਰ ਹੈ। ਪਹਿਲਾਂ ਵੀ ਮੈਨੂੰ ਯਾਦ ਹੈ ਕਿ ਪਹਿਲੇ ਸਦਨ ਜਦੋਂ ਪਿਛਲੀ ਵਾਰੀ ਸੀਗਾ, ਇਹ ਪਹਿਲੇ ਬਜਟ ਦੇ ਵਿੱਚ ਸਾਡੀ ਸਰਕਾਰ ਦੇ FM ਨੇ ਇਹੀ ਸ਼ੇਰ ਬੋਲਿਆ ਸੀ ਤੇ ਮੇਰਾ ਮੱਥਾ ਤਾਂ ਠਣਕਿਆ। ਮੈਂ ਆਖਿਆ ਵੀ ਇਹ ਤਾਂ ਕੰਮ ਸਾਰਾ ਹੀ ਘੜਮ ਹੋ ਗਿਆ। ਸੋ ਕੀ ਕਹਿੰਦੇ ਨੇ ਸਪੀਕਰ ਸਾਹਿਬ, ਕੀ ਕਿਹਾ ਇਹਨਾਂ ਨੇ? ਕਹਿੰਦੇ ਮੇਰੇ ਜ਼ਨੂਨ ਕਾ ਨਤੀਜਾ जरूर निकलेगा, इसी सिया समुंदर से नूर निकलेगा। ते लगता सी भी कोई नूर तो जरूर निकलूगा, लेकिन ये अगे कंप्लीट मैं करदा जनाब। इसे ही गजल का जिहड़ा अगला पार्ट है वो लिखते ने, उसी का शहर वही मुदई वही मुनसिफ, उसी का शहर वही मदई वही मुनसिफ, हमें यकीन था हमारा ही कसूर निकलेगा। मैनू पता सीगा कि वार वार इन्होंने एक ही गल कहनी है कि पुरानी सरकार। दो गल्लां इन्होंने अहम रखियां। पुरानी सरकार ते साडे बहुत ही आदरणीय दिल्ली के मुख्यमंत्री केजरीवाल साहब का बार बार जिक्र किया और मैनू लगता सी कि समुंदर विचों नूर तो पता नहीं कढ़ सकणगे जां नहीं, पर ये साडे ते तोहमतां लाउणगे ਜਿਹੜੀਆਂ ਇਹਨਾਂ ਨੇ ਲਾਈਆਂ। ਕੋਈ ਗੱਲ ਨਹੀਂ ਸਪੀਕਰ ਸਾਹਿਬ, ਇਹ ਹਰ ਸਰਕਾਰ ਜਿਹੜੀ ਨਵੀਂ ਆਉਂਦੀ ਹੈ ਉਹ ਫਿਰ ਇੱਕ ਦੂਜੇ ਤੇ ਤੰਜ ਕੱਸਦੀ ਰਹਿੰਦੀ ਹੈ। ਹਾਲਾਂਕਿ ਹੋਣਾ ਇਹ ਚਾਹੀਦਾ ਹੈ ਕਿ ਹੋਣ ਵਾਲੀ ਸਰਕਾਰ ਨੂੰ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਇਹ ਕਹਿਣਾ ਚਾਹੀਦਾ ਕਿ ਅਸੀਂ ਹੁਣ ਸਾਰੇ ਕਾਸੇ ਦੇ ਜ਼ਿੰਮੇਦਾਰ ਹਾਂ, ਅਸੀਂ ਇਹਨੂੰ ਨਿਬੇੜਾਂਗੇ ਜੋ ਵੀ ਕੁਝ ਹੈਗਾ। ਹਰ ਸਰਕਾਰ, ਇਹ ਸਾਡਾ ਵੀ ਤੌਰ ਤਰੀਕਾ ਰਿਹਾ, ਮੈਂ ਇਹ ਨਹੀਂ ਕਹਿੰਦਾ ਕਿ ਸਾਡਾ ਨਹੀਂ ਰਿਹਾ। ਸਾਡੇ ਵਾਲੇ ਵੀ ਹਮੇਸ਼ਾ ਕਹਿੰਦੇ ਰਹੇ। ਹੁਣ ਬੱਸ ਸਟੈਂਡਾਂ ਦੀ ਗੱਲ ਆ ਗਈ, ਹਰੇਕ ਵਿਅਕਤੀ ਨੇ ਖੜੇ ਹੋ ਕੇ ਮੈਂ ਗੱਲ ਕਰਨ ਲੱਗਿਆ ਤਾਂ ਸਾਰੇ ਗੱਲ ਪੈਣ ਦੀ ਗੱਲ ਹੀ ਚੱਲ ਪਈ ਸਪੀਕਰ ਸਾਹਿਬ। ਪਰ ਮੈਂ ਤੁਹਾਨੂੰ ਹਾਲਾਤ ਦੱਸਣਾ ਚਾਹੁੰਦਾ। ਜਦੋਂ 2017 ਦੇ ਹਾਲਾਤ ਸਾਨੂੰ ਦਿੱਤਾ ਗਿਆ ਉਹਦੇ ਤੇ ਇੱਕ
1,83 करोड़ रुपए 1,83,000 करोड़ का साडे ते कर्जा सी ते 31,000 करोड़ दियां CCL लिमिट सीगियां स्पीकर साहब ते 13,000 करोड़ दियां करंट लाइबिलिटी सीगियां जिहड़ियां देनदारियां सीगियां। साडी सरकार समय कल इन्हां ने परसों वाइट पेपर भी जारी किया फाइनांस मंत्री साहब ने, इन्होंने पर कैपिटा इनकम की गल की, यानी कि प्रति व्यक्ति आमदन की गल की। इन्होंने कहा कि पंजाब हुण 11वें स्थान पर आ गया पर कैपिटा इनकम के मुताबक अगर असी कैलकुलेट करांगे तो पंजाब हुण 11वें स्थान पर, लेकिन इन्होंने दस्या नहीं कि क्यों है। पर मैं थोनों ये भी दसना चाहना, मैनू इस गल का भी फख्र है कि 2017 ये तुसी मैंशन नहीं किया मंत्री साहब कि 1,28,000 पर कैपिटा इनकम जिहड़ी साडी 2017 तो वध के 1,67,000 2020 तक, जानी लगातार 3 साल पर कैपिटा इनकम साडी सरकार दे विच वधी, पर ओहदा किते जिक्र नहीं किया गया स्पीकर साहब। चलो सरकार का फर्ज होता कि जिहड़ियां चंगियां चीज़ां मगरली सरकार ने कीतियां हुण उन्होंने लुकाउणा ते आपदियां गल्लां ते चानण पाउणा। ओवरड्राफ्ट एक बार ही नहीं किया, चंगा लगता जे फाइनांस मिनिस्टर साहब खड़े होकर कहते कि पिछली सरकार ने पहले जिहड़ी साथों पहला सरकार सी 365 दिनां चों 300 दिन ओवरड्राफ्ट रही ट्रेजरी, 300 दिन ओवरड्राफ्ट रही, पर साडी सरकार 2020 21 22 नॉट इवन अ सिंगल डे इस साल दे विच कोई ओवरड्राफ्ट नहीं रही। पर तुसी वाइट पेपर दी फिर वही गल भी चंगी गल दी तारीफ नहीं की। फरिश्ते स्कीम है सर थोड़ी इत्थे बजट दे विच इन्हां ने लैके आए, बहुत चंगी स्कीम है, मैं धन्नवादी हाँ जिन्हें भी उस स्कीम दा आगाज शुरू करने वास्ते कहा, बेशक वो दिल्ली ने कहा, बेशक तुसी लैके आए, बहुत चंगी स्कीम है क्योंकि एक्सीडेंट च पए लोगों को कोई नहीं चकदा सी, वो मर जाते सी। तुसी ये भी कहा कि उन्हों का इलाज फ्री होएगा। मैं धन्नवादी हाँ मुख्यमंत्री साहब का और थोड़ी सरकार का कि बहुत चंगी जिहड़ी तुसी स्कीम लैके आए हो, क्योंकि जिथे कोई चंगी गल होवे ओहदे बारे जरूर जिक्र करना चाहिए, बेशक वो ऑपोजिशन पार्टी है। अजकल लोग सच सुनना पसंद कर रहे हैं स्पीकर साहब। तुसी देखो कि 80 सालों के बापू नूं सिमरनजीत सिंह मान साहब नूं अजकल नौजवानी का दौर है, जनरेशन गैप आ गया, बदलाव लोग चाहते हैं, ते 3 महीनों के विच ही वो चॉइस नहीं सी। सरदार सिमरनजीत सिंह मान चॉइस नहीं सन, उन्होंने विकल्प के रूप दे विच आम आदमी पार्टी नूं बदलाव के रूप दे विच वोटां पाईयां सन। वो चाहते सन कि एक नवा इनकलाब ते नवा बदलाव आएगा। इनकलाब केवल भगत सिंह का नारा लाने नाल स्पीकर साहब नहीं होना, इनकलाब लियाउण वास्ते सानू कोई नवीं तब्दीलियां, नवीं व्यवस्थावां और अपने आप दे विच फर्क महसूस